कि जिहड़ा कमेटी दा संतां तो बाद ये विवाद चलदा है, ये सारा दसो कि कमेटी काम करदी सी, कोई रसीद वगैरह कटदी सी जां इत्थे कमेटी सी पहलां जां नहीं सी? मई 2008 ਦੇ ਵਿੱਚੋਂ 3 ਮੈਂਬਰਾਂ ਦੇ ਵਿੱਚੋਂ ਅਸਤੀਫਾ ਦੇ ਚੁੱਕੇ ਹਨ। ਨਾ ਹੀ ਅੱਜ ਤੱਕ ਜਿੰਨੀਆਂ ਵੀ ਜ਼ਮੀਨ ਦੀਆਂ ਬੋਲੀਆਂ ਹੋਈਆਂ ਜਾਂ ਗੋਲਕ ਵਗੈਰਾ ਦੀ ਆ ਉਹ ਕਿਸੇ ਖਾਤੇ 'ਚ ਜਮ੍ਹਾਂ ਕਰਾਈ ਆ। ਜਿਹੜਾ ਕਮੇਟੀ ਮੈਂਬਰ ਅਸਤੀਫਾ ਦੇ ਚੁੱਕਾ ਹੈ ਸੁਖਮੰਦਰ ਸਿੰਘ, ਸਿਰਫ ਤੇ ਸਿਰਫ ਇਕੱਲਾ ਹੀ ਹਾਜ਼ਰ ਹੋਇਆ ਹੈ ਕਿ 4 ਕਮੇਟੀ ਮੈਂਬਰ ਜਿਹੜੇ ਹਾਜ਼ਰ ਨਹੀਂ ਹੋਏ ਉਹ ਇਸ ਗੱਲ ਦਾ ਸਬੂਤ ਦਿੰਦੇ ਹਨ। ਪਬਲਿਕ ਦੇ ਸਾਹਮਣੇ ਸਬੂਤ ਆ ਚੁੱਕਿਆ ਹੈ ਕਿ ਕਮੇਟੀ ਕਿਸ ਗੱਲੋਂ 4 ਮੈਂਬਰ ਨਹੀਂ ਗਏ। ਉਹਨਾਂ ਨੇ ਅੱਜ ਤੱਕ ਨਾ ਕੋਈ ਕੰਮ ਕੀਤਾ ਹੈ 12 ਸਾਲ ਤੋਂ, ਨਾ ਹੀ ਉਹ ਕੰਮ ਕਰਨਾ ਚਾਹੁੰਦੇ ਹਨ। ਤੁਹਾਨੂੰ ਕੀ ਲੱਗਦਾ ਇੱਥੇ ਕਿਉਂ ਨਹੀਂ ਪ੍ਰਬੰਧਕ ਲਾਇਆ ਜਾ ਰਿਹਾ? ਇਹ ਸੁਖਮੰਦਰ ਸਿੰਘ ਆ ਜਿਹੜੇ, ਇਹ ਕਿਉਂ ਅੱਜ ਵੀ ਆਗੂ ਬਣੇ ਵੇ ਆ? ਕੋਈ ਸਿਆਸੀ ਦਬਾਅ ਲੱਗਦਾ ਹੈ, ਕਿਸੇ ਰਾਜਸੀ ਦਾ ਇਹਦੇ ਸਿਰ ਤੇ ਹੱਥ ਹੈ? ਕੀ ਕਾਰਨ ਹੋ ਸਕਦਾ? ਮੋਗਾ ਜ਼ਿਲ੍ਹੇ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਹੈ। ਉਹਨਾਂ ਨੇ ਗਲਤ ਦਸਤਾਵੇਜ਼ ਤਿਆਰ ਕਰਕੇ ਇਸ ਕਮੇਟੀ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਤੱਕ ਗੁਰਦੁਆਰੇ ਦੇ ਵਿੱਚ ਕੋਈ ਵੀ ਮਰਜ਼ਾਦਾ ਨਹੀਂ, ਕੋਈ ਲੰਗਰ ਨਹੀਂ ਚਲਾਇਆ ਜਾਂਦਾ, ਇੱਥੇ ਕੋਈ ਵੀ ਮਰਜ਼ਾਦਾ ਦਾ ਪ੍ਰਬੰਧ ਨਹੀਂ ਹੈ। ਸਾਡੇ ਮੁੱਦੇ ਸਿਰਫ ਤੇ ਸਿਰਫ ਪ੍ਰਬੰਧ ਨੂੰ ਲੈ ਕੇ ਹਨ। ਕੋਈ ਆਸ ਹੈ ਜਦੋਂ ਤੁਸੀਂ ਗੁਹਾਰ ਲਾਉਂਦੇ ਹੋ ਉੱਥੇ ਸ਼੍ਰੋਮਣੀ ਕਮੇਟੀ ਨੂੰ ਕੋਈ ਸਖਤ ਫੈਸਲਾ ਲੈਣਾ ਚਾਹੀਦਾ, ਪ੍ਰਬੰਧਕ ਲੈਣਾ ਚਾਹੀਦਾ ਹੈ? ਇੰਨੀ ਆਮਦਨ ਹੈ, ਜਿਹੜੀਆਂ ਹੈਗੀਆਂ ਵੋਟਾਂ ਦੇ ਰਾਹੀਂ ਕਮੇਟੀ ਬਣਾਉਣੀ ਚਾਹੀਦੀ ਸੀ। ਕਿਸੇ ਵੀ ਆਗੂ ਤੋਂ ਇਨਸਾਫ ਦੀ ਝਾਕ ਨਹੀਂ, ਪਰ ਕੋਰਟ ਤੋਂ ਸਾਨੂੰ ਇਨਸਾਫ ਦੀ ਝਾਕ ਹੈ। ਇਹਨਾਂ ਦਾ ਇਸ ਦੇ ਵਿੱਚ ਸਿਆਸੀ ਤੌਰ ਤੇ ਦਖਲਅੰਦਾਜ਼ੀ ਕਰਨ ਦਾ ਬਹੁਤ ਵੱਡਾ ਰੋਲ ਹੈ। ਗਲੋਬਲ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਚਮਕੌਰ ਲੋਪੋ। ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਮੱਦੋਕੇ ਵਿਖੇ ਪਹੁੰਚੇ ਹਾਂ। ਦਰਸ਼ਕੋ, ਤੁਹਾਨੂੰ ਦੱਸ ਦਈਏ ਕਿ ਇੱਥੇ ਗੁਰਦੁਆਰਾ ਪਾਤਸ਼ਾਹੀ 6ਵੀਂ, ਜਿੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਸੀ, ਉਹ ਗੁਰਦੁਆਰੇ ਦੀ ਸੇਵਾ ਸੰਤ ਵੀਰ ਸਿੰਘ ਜੀ ਜਿਹੜੇ ਮੱਦੋਕਿਆਂ ਦੇ ਸਨ ਉਹਨਾਂ ਨੇ ਕਰਵਾਈ। ਔਰ ਜਦੋਂ ਸੇਵਾ ਕਰਵਾਉਂਦੇ ਨੇ, ਗੁਰਦੁਆਰਾ ਸਾਹਿਬ ਬਣਾਉਂਦੇ ਨੇ, ਜ਼ਮੀਨ ਆ ਜਿਹੜੀ ਕਾਫੀ ਗੁਰਦੁਆਰੇ ਦੇ ਨਾਮ, ਜੇ ਦੇਖਿਆ ਜਾਵੇ ਉਹਨਾਂ ਨੇ ਜਿਹੜਾ ਗੁਰਦੁਆਰਾ ਸੀ ਕਿਹਾ ਸੀ ਕਿ ਇਹ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਸੀ। ਔਰ ਉੱਥੇ ਇੱਕ ਕਮੇਟੀ ਬਣੀ ਵੀ ਆ ਜਿਹਨੂੰ ਲੈ ਕੇ ਵਿਵਾਦ ਛਿੜਿਆ ਵਾ ਕਿ ਉਹਨਾਂ ਨੇ ਅਸਤੀਫੇ ਦੇਤੇ ਸੀ। ਪਰ ਬਾਅਦ ਦੇ ਵਿੱਚ ਜਦੋਂ ਦੇਖਿਆ ਸੰਤ ਸਵਰਗਵਾਸ ਹੋ ਗਏ ਤਾਂ ਉਹਨਾਂ ਨੇ ਡੇਰੇ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਜਾ ਕੇ ਦੁਬਾਰੇ ਕਾਬਜ਼ ਹੋ ਗਏ। ਪਹਿਲਾਂ ਵੀ ਕਾਬਜ਼ ਸੀ, ਪਰ ਹੁਣ ਜਿਹੜੇ ਕਰਤਾ ਧਰਤਾ ਬਣਨਾ ਚਾਹੁੰਦੇ ਸੀ, ਪਰ ਪਿੰਡ ਦੇ ਕੁਝ ਲੋਕਾਂ ਨੂੰ ਇਤਰਾਜ਼ ਆ। ਔਰ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਪੰਚਾਇਤ ਮੈਂਬਰ ਨੇ ਗੁਰਮੇਲ ਸਿੰਘ, ਜਿਨ੍ਹਾਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੰਦੀਪ ਹਾਂਸ ਨੂੰ ਇੱਕ ਸ਼ਿਕਾਇਤ ਪੱਤਰ ਵੀ ਦਿੱਤਾ ਸੀ ਕਿ ਪਹਿਲਾਂ ਜਿਹੜੀ ਜ਼ਮੀਨ ਆ ਉਹ ਨਜਾਇਜ਼ ਤੌਰ 'ਤੇ ਵਾਹ ਦਿੱਤੀ ਗਈ ਸੀ, ਕਿ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਸੀ। ਜੇ ਦੇਖਿਆ ਜਾਵੇ, ਭਾਵੇਂ ਉੱਥੇ ਕੁਝ ਲੋਕ ਕਹਿੰਦੇ ਸੀ ਇਹ ਅਸੀਂ ਆਪ ਵਾਹੀ ਸੀ, ਸੇਵਾਦਾਰਾਂ ਨੇ ਵਾਹਤੀ, ਪਰ ਇਹਨਾਂ ਦੀ ਕੰਪਲੇਂਟ ਤੋਂ ਬਾਅਦ ਅੱਜ ਆ ਜਿਹੜਾ ਉਹ ਪਾਰਦਰਸ਼ੀ ਢੰਗ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੈਗੇ ਮੁਲਾਜ਼ਮ ਆਉਂਦੇ ਨੇ, ਸ਼੍ਰੋਮਣੀ ਕਮੇਟੀ ਮੈਂਬਰ ਹਰਿੰਦਰ ਸਿੰਘ ਰਣੀਆ ਆਉਂਦੇ ਨੇ, ਉੱਥੇ ਆਣ ਕੇ ਬੋਲੀ ਕਰਵਾਉਂਦੇ ਨੇ। ਪਰ ਕੁਝ ਆ ਜਿਹੜੇ ਉਹ ਰਾਜ ਨੇ ਜਿਨ੍ਹਾਂ ਨੂੰ ਲੈ ਕੇ ਪਿੰਡ ਦੇ ਲੋਕ ਤੇ ਆਗੂ ਕਨਫਿਊਜ਼ ਨੇ, ਸਸੋ ਪੰਜ ਦੇ ਵਿੱਚ ਪਏ ਨੇ ਕਿ ਆਖਿਰ ਕੀ ਹੋ ਰਿਹਾ। ਜੇ ਦੇਖਿਆ ਜਾਵੇ, ਇੱਕ ਪਾਸੇ ਜਿਹੜੀ ਕਮੇਟੀ ਆ ਉਹਨਾਂ ਦਾ ਕੋਈ ਖਾਤਾ ਨਹੀਂ, ਕੋਈ ਰਸੀਦ ਬੁੱਕ ਨਹੀਂ ਕਿ ਜਿਸ ਦਿਨ ਤੋਂ ਉਹਨਾਂ ਨੇ ਇੰਚਾਰਜ ਸਾਂਭਿਆ ਉਹਨਾਂ ਨੂੰ ਉੱਥੋਂ ਦੀ ਰਸੀਦ ਕੱਟਣੀ ਚਾਹੀਦੀ ਸੀ। ਜੋ ਪੈਸੇ ਆਉਂਦੇ ਆ ਇਕੱਲੇ ਪੈਸੇ ਦਾ ਹਿਸਾਬ ਰੱਖਣਾ ਚਾਹੀਦਾ ਸੀ। ਅੱਜ ਜਦੋਂ ਜ਼ਮੀਨ ਠੇਕੇ 'ਤੇ ਚੜ੍ਹਦੀ ਆ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਪਰਚੀ ਕੱਟੀ ਜਾਂਦੀ ਆ ਉਹ ਮੂਹਰੇ ਪ੍ਰਧਾਨ ਗੁਰਦੁਆਰਾ ਗੁਰੂਸਰ ਮੱਦੋਕੇ ਜ਼ਿਲ੍ਹਾ ਮੋਗਾ, ਜੇ ਗੁਰਦੁਆਰਾ ਟਾਹਲੀ ਸਾਹਿਬ ਆ ਜਿਹੜਾ ਪਾਤਸ਼ਾਹੀ 10ਵੀਂ, ਕਹਿੰਦੇ ਉੱਥੇ ਪੈਸੇ ਆ ਜਿਹੜੇ ਜਮ੍ਹਾਂ ਕਰਾਉਣੇ ਆ, ਰਸੀਦ ਬੁੱਕ ਆ ਜਿਹੜੀ ਉੱਥੋਂ ਦੀ ਆ ਤੇ ਕੱਟੀ ਜਾਂਦੀ ਆ ਇੱਥੇ। ਇਹਨੂੰ ਲੈ ਕੇ ਕਾਫੀ ਲੋਕ ਕਨਫਿਊਜ਼ ਆ। ਉੱਥੇ ਖਾਤਾ ਖੁਲਾਉਣ ਲਈ ਬੈਂਕ ਕਰਮਚਾਰੀਆਂ ਨੂੰ ਵੀ ਸੱਦਿਆ ਜਾਂਦਾ, ਪਰ ਫਿਰ ਮੋੜ ਦਿੱਤਾ ਜਾਂਦਾ ਕਿ ਅਜੇ ਕਮੇਟੀ ਦੀ ਚੋਣ ਹੋਣੀ ਹੈ। ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹੀ ਕਮੇਟੀ ਨੇ ਕੰਮ ਕਰਨਾ ਹੈ ਜਾਂ ਨਵੀਂ ਕਮੇਟੀ ਬਣਾਈ ਜਾਣੀ, ਆਖਰ ਕੀ ਹੋਣਾ। ਸੋ ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕਰਦੇ ਹਾਂ ਗੁਰਮੇਲ ਸਿੰਘ ਨਾਲ। ਹਾਂਜੀ ਗੁਰਮੇਲ ਸਿੰਘ ਜੀ, ਪਹਿਲਾਂ ਤਾਂ ਗਲੋਬਲ ਪੰਜਾਬ ਟੀਵੀ ਵੱਲੋਂ ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਆਪ ਦਿਲੋਂ ਧੰਨਵਾਦ ਕਰਦਾ ਗਲੋਬਲ ਪੰਜਾਬ ਟੀਵੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੇਲ ਸਿੰਘ ਜੀ, ਜਿਹੜਾ ਇਹ ਸਾਰਾ ਮੁੱਦਾ ਹੈ
ਤੁਸੀਂ ਇਹਨੂੰ ਲੈ ਕੇ ਚੱਕਿਆ ਹੈ ਕਿ ਜਿਹੜਾ ਕਮੇਟੀ ਦਾ ਸੰਤਾਂ ਤੋਂ ਬਾਅਦ ਇਹ ਵਿਵਾਦ ਚੱਲਦਾ ਹੈ, ਇਹ ਸਾਰਾ ਦੱਸੋ ਕਿ ਕਮੇਟੀ ਕੰਮ ਕਰਦੀ ਸੀ, ਕੋਈ ਰਸੀਦ ਵਗੈਰਾ ਕੱਢਦੀ ਸੀ, ਜਾਂ ਇੱਥੇ ਕਮੇਟੀ ਸੀ ਪਹਿਲਾਂ ਜਾਂ ਨਹੀਂ ਸੀ, ਉਹਦੇ ਬਾਰੇ ਪਹਿਲਾਂ ਜਾਣਕਾਰੀ ਦਿਓ। ਇੱਥੇ ਜੀ ਜਿਹੜੀ ਕਮੇਟੀ ਆ ਉਹ ਸਨ 2008 ਜਨਵਰੀ ਦੇ ਵਿੱਚ ਬਣੀ ਸੀਗੀ। 5 ਮੈਂਬਰ ਉਹਦੇ ਚੁਣੇ ਗਏ ਸੀ। ਸੁਖਚੈਨ ਸਿੰਘ, ਸੁਖਮੰਦਰ ਸਿੰਘ, ਨੈਬ ਸਿੰਘ, ਕਮਲਜੀਤ ਸਿੰਘ ਅਤੇ ਕਰਤਾਰ ਸਿੰਘ ਜੀ। ਮਈ 2008 ਦੇ ਵਿੱਚੋਂ 3 ਮੈਂਬਰ ਉਹਦੇ ਵਿੱਚੋਂ ਅਸਤੀਫਾ ਦੇ ਚੁੱਕੇ ਹਨ, ਸੁਖਮੰਦਰ ਸਿੰਘ, ਨੈਬ ਸਿੰਘ ਅਤੇ ਕਰਤਾਰ ਸਿੰਘ। ਅਤੇ ਉਸ ਤੋਂ ਬਾਅਦ ਸਨ 2010 ਦੇ ਵਿੱਚ ਕਮਲਜੀਤ ਸਿੰਘ ਜਿਹੜਾ ਬਤੌਰ ਮੈਨੇਜਰ ਟਾਹਲੀਵਾਲ ਸਾਹਿਬ ਗੁਰਦੁਆਰਾ ਕੰਮ ਕਰਦਾ ਹੈ, ਨੌਕਰੀ 'ਤੇ ਹੈ ਸ਼੍ਰੋਮਣੀ ਕਮੇਟੀ ਦੀ, 'ਤੇ ਉਹ ਕਮੇਟੀ ਦਾ ਮੁਲਾਜ਼ਮ ਹੋਣ ਨਾਤੇ ਕਮੇਟੀ ਦਾ ਮੈਂਬਰ ਨਹੀਂ ਰਹਿ ਸਕਦਾ। ਪਿੱਛੇ ਬਚਦਾ ਸੁਖਚੈਨ ਸਿੰਘ। ਉਸ ਤੋਂ ਬਾਅਦ ਪਿਛਲੇ ਇਹਦੀ ਕਮੇਟੀ ਦੀ ਮਿਆਦ ਜਿਹੜੀ ਆ 5 ਸਾਲ ਹੁੰਦੀ ਆ, ਪਰ ਕਮੇਟੀ ਨੇ ਸਨ 2008 ਤੋਂ ਲੈ ਕੇ ਅਜੇ ਤੱਕ ਨਾ ਤਾਂ ਕੋਈ ਖਾਤਾ ਖੁਲਾਇਆ ਹੈ, ਨਾ ਕੋਈ ਕਾਰਵਾਈ ਪਾਈ ਆ, ਅਤੇ ਨਾ ਹੀ ਕੋਈ ਪ੍ਰਧਾਨ ਮੀਤ ਪ੍ਰਧਾਨ ਕਿਸੇ ਅਹੁਦੇਦਾਰ ਦੀ ਚੋਣ ਹੋਈ ਆ, ਅਤੇ ਨਾ ਹੀ ਅੱਜ ਤੱਕ ਜਿੰਨੀਆਂ ਵੀ ਜ਼ਮੀਨ ਦੀਆਂ ਬੋਲੀਆਂ ਹੋਈਆਂ ਜਾਂ ਗੋਲਕ ਵਗੈਰਾ ਦੀ ਆ ਉਹ ਕਿਸੇ ਖਾਤੇ 'ਚ ਜਮ੍ਹਾਂ ਕਰਾਈ ਆ, ਅਤੇ ਨਾ ਹੀ ਅੱਜ ਤੱਕ ਕਿਸੇ ਨੂੰ ਰਸੀਦ ਕੱਟ ਕੇ ਦਿੱਤੀ ਗਈ ਆ। ਪਰ ਅੱਜ ਜਦੋਂ ਇਹ ਬੋਲੀ ਹੋਈ ਆ, ਉਸ ਦੇ ਵਿੱਚ ਜਿਹੜਾ ਕਮੇਟੀ ਮੈਂਬਰ ਅਸਤੀਫਾ ਦੇ ਚੁੱਕਾ ਹੈ ਸੁਖਮੰਦਰ ਸਿੰਘ, ਸਿਰਫ ਅਤੇ ਸਿਰਫ ਇਕੱਲਾ ਹੀ ਹਾਜ਼ਰ ਹੋਇਆ ਹੈ ਕਿ 4 ਕਮੇਟੀ ਮੈਂਬਰ ਜਿਹੜੇ ਹਾਜ਼ਰ ਨਹੀਂ ਹੋਏ ਉਹ ਇਸ ਗੱਲ ਦਾ ਸਬੂਤ ਦਿੰਦੇ ਹਨ, ਜੋ ਅਸੀਂ DC ਸਾਹਿਬ ਨੂੰ ਕੰਪਲੇਂਟ ਕੀਤੀ ਸੀ ਕਿ ਇੱਥੇ ਜਿਹੜੀ ਕਮੇਟੀ ਆ ਉਹ ਨਹੀਂ ਹੈ, ਇੱਥੇ ਪ੍ਰਸ਼ਾਸਕ ਲਵਾ ਕੇ ਕਿਸੇ ਉੱਚ ਅਧਿਕਾਰੀ ਦੀ ਹਾਜ਼ਰੀ ਵਿੱਚ ਬੋਲੀ ਕਰਾਈ ਜਾਵੇ। ਪਰ ਬੋਲੀ ਤੋਂ ਅਸੀਂ ਸੰਤੁਸ਼ਟ ਹਾਂ, ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੋਂ ਵੀ ਸੰਤੁਸ਼ਟ ਹਾਂ, ਤੌਰ ਤਰੀਕੇ ਤੋਂ ਸੰਤੁਸ਼ਟ ਹਾਂ, ਪਰ ਇਹਦੇ ਵਿੱਚ ਜਿਹੜੀ ਅਲੌਸਮੈਂਟ ਕੀਤੀ ਗਈ ਸੀ ਉਹ ਲੋਕਲ ਕਮੇਟੀ ਵੱਲੋਂ ਕੀਤੀ ਗਈ ਸੀ। ਜਦੋਂ ਅੱਜ ਵੇਖਿਆ ਗਿਆ ਤੇ ਲੋਕਲ ਕਮੇਟੀ ਦੇ ਮੈਂਬਰ ਜੋ ਕਿ ਮਈ 2008 ਦੇ ਵਿੱਚ ਅਸਤੀਫਾ ਦੇ ਚੁੱਕੇ ਹਨ, ਸੁਖਮੰਦਰ ਸਿੰਘ ਸਿਰਫ ਇਕੱਲੇ ਹੀ ਬੋਲੀ ਦੇ ਵਿੱਚ ਹਾਜ਼ਰ ਸਨ। ਦੂਸਰੇ ਤੀਸਰੇ ਚਾਰੇ ਮੈਂਬਰ ਵੀ ਉਹ ਹਿੱਸੇ ਵਿੱਚ ਹਾਜ਼ਰ ਨਹੀਂ ਹੋਏ। ਜੋ ਅਸੀਂ DC ਸਾਹਿਬ ਨੂੰ ਲਿਖ ਕੇ ਦਿੱਤਾ ਸੀ ਉਹ ਅੱਜ ਪਬਲਿਕ ਦੇ ਸਾਹਮਣੇ ਸਬੂਤ ਆ ਚੁੱਕਿਆ ਹੈ ਕਿ ਕਮੇਟੀ ਕਿਸ ਗੱਲੋਂ 4 ਮੈਂਬਰ ਨਹੀਂ ਗਏ। ਉਹਨਾਂ ਨੇ ਅੱਜ ਤੱਕ ਨਾ ਕੋਈ ਕੰਮ ਕੀਤਾ ਹੈ 12 ਸਾਲ ਤੋਂ, ਨਾ ਹੀ ਉਹ ਕੰਮ ਕਰਨਾ ਚਾਹੁੰਦੇ ਹਨ। ਅੱਜ ਜੇ ਦੇਖਿਆ ਜਾਵੇ ਗੁਰਮੇਲ ਸਿੰਘ, ਜਦੋਂ ਤੁਸੀਂ ਮੰਗ ਕਰਦੇ ਆ ਵੀ ਇੱਥੇ ਜਿਹੜਾ ਹੈਗਾ ਪ੍ਰਬੰਧਕ ਲਾ ਦਿੱਤਾ ਜਾਵੇ, ਬਹੁਤ ਥਾਵਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਆ ਜਿੱਥੇ ਕੋਈ ਲੱਗਦਾ ਹੈ ਵੀ ਕਮੇਟੀਆਂ ਨਹੀਂ ਸਹੀ ਤਰੀਕੇ ਨਾਲ ਕੰਮ ਕਰਦੀਆਂ ਜਾਂ ਨਹੀਂ ਪੂਰੀਆਂ ਅਸਤੀਫੇ ਦੇ ਜਾਂਦੀਆਂ ਜਾਂ ਕਿਸੇ ਦੀ ਡੈਥ ਹੋ ਜਾਂਦੀ, ਉੱਥੇ ਪ੍ਰਬੰਧਕ ਲਾ ਦਿੱਤਾ ਜਾਂਦਾ। ਤੁਹਾਨੂੰ ਕੀ ਲੱਗਦਾ ਇੱਥੇ ਕਿਉਂ ਨਹੀਂ ਪ੍ਰਬੰਧਕ ਲਾਇਆ ਜਾ ਰਿਹਾ? ਇਹ ਸੁਖਮੰਦਰ ਸਿੰਘ ਆ ਜਿਹੜੇ, ਇਹ ਕਿਉਂ ਅੱਜ ਵੀ ਆਗੂ ਬਣੇ ਵੇ ਆ? ਕੋਈ ਸਿਆਸੀ ਦਬਾਅ ਲੱਗਦਾ ਹੈ, ਕਿਸੇ ਰਾਜਸੀ ਦਾ ਇਹਦੇ ਸਿਰ ਤੇ ਹੱਥ ਹੈ? ਕੀ ਕਾਰਨ ਹੋ ਸਕਦਾ? ਇਸ ਦੇ ਵਿੱਚ ਵੱਡਾ ਹੱਥ ਮੋਗਾ ਜ਼ਿਲ੍ਹੇ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਹੈ, ਜਿਸ ਨੇ ਕਿ ਸ਼੍ਰੋਮਣੀ ਕਮੇਟੀ ਤੋਂ ਮੁਲਾਜ਼ਮਾਂ 'ਤੇ ਦਬਾਅ ਪਾਇਆ ਹੋਇਆ ਹੈ, ਜਿਸ ਦਾ ਕਿ ਸਾਨੂੰ ਪੂਰਨ ਰਿਕਾਰਡ ਵੀ ਨਹੀਂ ਮਿਲ ਰਿਹਾ। ਉਹ ਅਸੀਂ ਹੁਣ RTI ਰਾਹੀਂ ਅਪਲਾਈ ਕੀਤਾ ਹੈ। ਉਹਨਾਂ ਨੇ ਗਲਤ ਦਸਤਾਵੇਜ਼ ਤਿਆਰ ਕਰਕੇ ਇਸ ਕਮੇਟੀ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਦੇ ਨਾਲ ਇਹਨਾਂ ਨੇ ਇੱਕ ਸੰਮਤੀ ਪੱਤਰ ਜੋ ਕਿ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕੀਤਾ ਜਾਂਦਾ ਹੈ 14 ਜੂਨ 2007 ਨੂੰ, ਉਹਦੇ ਵਿੱਚ ਜਿਹੜੇ 5 ਮੈਂਬਰ ਆ ਉਹ ਨਾਮਜ਼ਦਗੀ ਪੱਤਰ ਭੇਜਦੇ ਨੇ ਵੀ ਅਸੀਂ ਇੱਕ ਐਪਲੀਕੇਸ਼ਨ ਦਿੰਦੇ ਰਹੇ ਵੀ ਮੈਂਬਰ ਬਣਨਾ ਚਾਹੁੰਦੇ ਹਾਂ। ਪਰ ਉਸ ਤੋਂ ਬਾਅਦ 28/7/2007 ਨੂੰ ਜਿਹੜੀ ਮਤਲਬ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਯੋਗ ਸਮਝਦੀ ਹੈ ਅਤੇ ਸਰਕਾਰ ਗੁਰਦੁਆਰਾ ਚੋਣਾਂ ਵਿਭਾਗ ਨੂੰ ਲਿਖ ਕੇ ਭੇਜਦੀ ਆ ਕਿ ਮੈਂਬਰ ਦੇ ਬਣਨ ਦੇ ਯੋਗ ਹਨ। ਸਰਕਾਰ ਵੱਲੋਂ ਇਸ ਸੰਬੰਧੀ ਜਨਵਰੀ 2008 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਅਤੇ ਜਨਵਰੀ 2008 ਦੇ ਵਿੱਚ ਜਿਹੜਾ ਕਮੇਟੀ ਦਾ ਗਠਨ ਹੁੰਦਾ ਹੈ। ਪਰ ਇਸ ਦੇ ਵਿੱਚ ਹੋਇਆ ਕਿ ਜਨਮ ਤੋਂ ਪਹਿਲਾਂ ਬੱਚਾ DC ਲੱਗਣ ਵਾਲੀ ਗੱਲ ਜੋ ਕਿ ਮੱਧੋਕਿਆਂ ਦੇ ਵਿੱਚ ਸਾਹਮਣੇ ਕਹਾਵਤ ਹੋਈ ਆ, ਉਹ ਕਿਸ ਨੇ ਕੀਤੀ ਆ? ਉਹ ਜਥੇਦਾਰ ਤੋਤਾ ਸਿੰਘ ਦੀ ਸਿਆਸਤ ਦੀ ਬਦੌਲਤ ਹੋਈ ਆ, ਜੋ ਕਿ ਇਹਨਾਂ ਦੇ ਖਾਸਮ ਖਾਸ ਸੁਖਮੰਦਰ ਸਿੰਘ ਨੇ ਪੇਪਰ ਸ਼੍ਰੋਮਣੀ ਕਮੇਟੀ ਤੋਂ ਲਿਆ ਕੇ ਦਿੱਤੇ ਹਨ, ਜਿਸ 'ਤੇ ਕਿ ਜਨਵਰੀ 2008 ਕਮੇਟੀ ਦਾ ਗਠਨ ਹੁੰਦਾ ਹੈ ਅਤੇ 14 ਜੂਨ 2007 ਨੂੰ ਸੁਖਮੰਦਰ ਸਿੰਘ ਆਪਣੇ ਆਪ ਨੂੰ ਪ੍ਰਧਾਨ ਸਾਬਤ ਕਰਦਾ ਹੈ। ਇਸ ਸੰਬੰਧੀ ਅਸੀਂ ਗੁਰਦੁਆਰਾ ਐਕਟ ਰਾਹੀਂ ਅਸੀਂ ਜੁਡੀਸ਼ਲ ਕਮਿਸ਼ਨ ਅੰਮ੍ਰਿਤਸਰ ਵਿਖੇ
ਕੇਸ ਵੀ ਪਾਵਾਂਗੇ। ਜੋ ਇਹਨਾਂ ਨੇ ਪੂਰਨ ਤੌਰ ਤੇ ਰਿਕਾਰਡ ਨਹੀਂ ਰੱਖਿਆ, ਅੱਜ ਤੱਕ ਗੁਰਦੁਆਰੇ ਦੇ ਵਿੱਚ ਕੋਈ ਵੀ ਮਰਜ਼ਾਦਾ ਨਹੀਂ, ਕੋਈ ਲੰਗਰ ਨਹੀਂ ਚਲਾਇਆ ਜਾਂਦਾ। ਮੱਸਿਆ ਵਾਲੇ ਦਿਨ ਨੌਜਵਾਨ ਵੀਰ ਪਿੰਡ 'ਚੋਂ ਇਕੱਠਾ ਕਰਕੇ ਸੰਗਤ ਦੇ ਰੂਪ ਵਿੱਚ ਪੈਸੇ ਲੰਗਰ ਚਲਾਉਂਦੇ ਹਨ। ਇੱਥੇ ਕੋਈ ਵੀ ਮਰਜ਼ਾਦਾ ਦਾ ਪ੍ਰਬੰਧ ਨਹੀਂ ਹੈ। ਸਾਡੇ ਮੁੱਦੇ ਸਿਰਫ ਤੇ ਸਿਰਫ ਪ੍ਰਬੰਧ ਨੂੰ ਲੈ ਕੇ ਹਨ। ਵਧੀਆ ਪ੍ਰਬੰਧ ਹੋਵੇ, ਨਵੀਂ ਕਮੇਟੀ ਗੈਰ ਸਿਆਸੀ ਹੋਵੇ, ਜਿਸ ਦੇ ਵਿੱਚ ਕੋਈ ਮੈਂਬਰ, ਸਰਪੰਚ, ਸਾਬਕਾ ਸਰਪੰਚ ਜਾਂ ਕੋਈ ਸਾਬਕਾ ਮੈਂਬਰ ਜਾਂ ਕੋਈ ਸੈਟੀ ਦਾ ਪ੍ਰਧਾਨ ਜਾਂ ਕੋਈ ਅਹੁਦੇਦਾਰ ਨਹੀਂ ਹੋਣਾ ਚਾਹੀਦਾ। ਸਿਰਫ ਤੇ ਸਿਰਫ ਸੇਵਾਦਾਰ ਬੰਦੇ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਸਕਣ, ਉਹਨਾਂ ਨੂੰ ਹੀ ਕਮੇਟੀ ਦੇ ਵਿੱਚ ਨਾਮਜ਼ਦ ਕੀਤਾ ਜਾਵੇ। ਪਰ ਜਿਹੜੀ ਕਮੇਟੀ ਇਹਨਾਂ ਨੇ ਜਨਵਰੀ 2008 ਦੇ ਵਿੱਚ ਬਣਾਈ ਹੈ, ਉਸ ਦੇ ਵਿੱਚ ਵੀ ਗਲਤ ਬੇਨਜ਼ਮੀਆਂ ਦੇ ਨਾਲ ਇਹ ਜਿਹੜੀ ਕਮੇਟੀ ਆ ਉਹ ਨਾਮਜ਼ਦ ਕੀਤੀ ਹੈ, ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਦੋਸ਼ੀ ਹਨ। ਕਿਉਂਕਿ ਸੰਤ ਪਹਿਲਾਂ ਸ਼੍ਰੋਮਣੀ ਕਮੇਟੀ ਸਨ 2006 ਦੇ ਵਿੱਚ ਸੰਤ ਬਾਬਾ ਵੀਰ ਸਿੰਘ ਜੀ, ਜੋ ਕਿ ਉਸ ਟਾਈਮ ਦੇ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਤੇ ਕੇਸ ਕਰਦੀ ਹੈ। ਸੰਤ ਗਿਆਨੀ ਜੀ ਖੁਦ ਆਪ ਇਹ ਬਿਆਨ ਦਿੰਦੇ ਹਨ ਉਸ ਕੇਸ ਦੇ ਵਿੱਚ, ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਉਸ ਨੂੰ ਤਸਦੀਕ ਕਰਦੇ ਹਨ ਕਿ ਉਸ ਟਾਈਮ ਤੇ ਗੁਰਦੁਆਰਾ ਸਾਹਿਬ ਦੀ ਆਮਦਨ ਜ਼ਮੀਨ 15 ਕਿੱਲੇ 1,80,000 ਰੁਪਏ ਹੈ, ਪਲੱਸ 30,000 ਰੁਪਇਆ 1 ਸਾਲ ਦੀ ਗੋਲਕ ਦੀ ਆਮਦਨ, 2,10,000 ਰੁਪਇਆ ਆਮਦਨ ਜਿਹੜੀ ਸ਼ੋਅ ਕੀਤੀ ਗਈ ਹੈ। ਉਸ ਦੇ ਨਾਲ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਅਸੀਂ ਇਹਨਾਂ ਦਾ ਇੱਕ ਕਾਗਜ਼ ਵੇਖਿਆ, ਜੋ ਕਿ ਸ਼੍ਰੋਮਣੀ ਕਮੇਟੀ ਚੋਣ ਮੌਕੇ ਲੋਕਲ ਕਮੇਟੀ ਦੀ ਚੋਣ ਮੌਕੇ ਸਨ 2007 ਦੇ ਵਿੱਚ ਇਹਨਾਂ ਨੇ 2005-06 ਦੀ ਆਮਦਨ 96,000 ਦਿਖਾਈ ਆ। ਉਹ ਸਿਰਫ ਤੇ ਸਿਰਫ ਇਸ ਕਰਕੇ ਦਿਖਾਈ ਆ, ਜੇਕਰ ਆਮਦਨ 1 ਲੱਖ ਰੁਪਏ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਇਹ ਕਮੇਟੀ ਇਲੈਕਸ਼ਨ ਰਾਹੀਂ ਚੁਣੀ ਜਾਵੇਗੀ। ਇਹਨਾਂ ਦਾ ਇਲੈਕਸ਼ਨ ਚੁਣਨ ਦਾ ਤਰੀਕਾ ਹੀ ਗਲਤ ਹੈ। ਇਸ ਲਈ ਇਸ ਕਮੇਟੀ ਦੇ ਚੋਣ ਦੇ ਖਿਲਾਫ ਇਸ ਕਮੇਟੀ ਦੇ ਖਿਲਾਫ ਅਸੀਂ ਜੁਡੀਸ਼ੀਅਲ ਕਮਿਸ਼ਨ ਅੰਮ੍ਰਿਤਸਰ ਵਿਖੇ ਕੇਸ ਦਾਇਰ ਕਰਾਂਗੇ ਤਾਂ ਇਹਨਾਂ ਤੋਂ ਹਿਸਾਬ ਕਿਤਾਬ ਲਵਾਂਗੇ ਕਿ ਇਹਨਾਂ ਨੇ 2012 ਤੋਂ ਲੈ ਕੇ ਅੱਜ ਤੱਕ ਕਿਹੜੀ ਰਸੀਦ ਕੱਟੀ ਆ, ਕਿਹੜਾ ਰਜਿਸਟਰ ਲਾਇਆ, ਕਿਹੜੇ ਮਤੇ ਪਾਏ ਆ, ਕਿਹੜੇ ਕਿਸਾਨ ਨੂੰ ਕਿੰਨੇ ਰੇਟ ਤੇ ਜ਼ਮੀਨ ਦਿੱਤੀ ਸੀ, ਉਹ ਪੈਸਾ ਕਿੱਥੇ ਲੱਗਾ ਤੇ ਕਿੱਥੇ ਗਿਆ, ਜਾਂ ਗੁਰੂ ਘਰ ਦੀ ਮਰਜ਼ਾਦਾ ਕਿਉਂ ਨਹੀਂ ਚੱਲੀ, ਕਿਉਂ ਨਹੀਂ ਸੇਫ ਹੋ ਰਹੀ। ਪਰ ਇਸ ਗੱਲ ਲਈ ਸਹਿਮਤ ਹਾਂ। ਪਰ ਅਸੀਂ ਬੋਲੀ ਦੇ ਵਿੱਚ ਜਿਹੜੀ ਅੱਜ ਬੋਲੀ ਹੋਈ ਆ, ਬੋਲੀ ਤੋਂ ਅਸੀਂ ਸੰਤੁਸ਼ਟ ਹਾਂ। ਪਰ ਬੋਲੀ ਦਾ ਜਿਹੜਾ ਤਰੀਕਾ ਸੀ, ਜੋ ਤਰੀਕਾ ਅਪਣਾਇਆ ਗਿਆ ਹੈ, ਲੋਕਲ ਕਮੇਟੀ ਨੂੰ ਉੱਥੇ ਹਾਜ਼ਰ ਹੋਣਾ ਚਾਹੀਦਾ ਸੀ, ਪਰ ਲੋਕਲ ਕਮੇਟੀ ਦੇ ਮੈਂਬਰਾਂ ਨੇ ਨਾ ਹਾਜ਼ਰ ਹੋ ਕੇ ਸਾਡਾ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਜੋ ਪੰਚਾਇਤ ਬੋਲਦੀ ਹੈ ਉਹ ਸੱਚ ਬੋਲਦੀ ਹੈ, ਕਮੇਟੀ ਇੱਥੇ ਨਹੀਂ ਹੈ। ਪਰ ਜੇਕਰ ਕਮੇਟੀ ਇੱਥੇ ਹੁੰਦੀ ਤਾਂ ਅੱਜ ਜਿਹੜੀ ਰਸੀਦ ਕੱਟੀ ਗਈ ਆ ਉਹ ਗੁਰਦੁਆਰਾ ਟਾਹਲੀਵਾਲ ਸਾਹਿਬ ਦੀ ਨਾ ਕਰਦੇ। ਗੁਰਦੁਆਰਾ ਜੇ ਇਹ 12 ਸਾਲ ਦੇ ਵਿੱਚ ਇਹ ਕਮੇਟੀ ਖਾਤਾ ਨਹੀਂ ਖਿਲਾ ਸਕੀ ਜਾਂ ਕੋਈ ਹਿਸਾਬ ਕਿਤਾਬ ਨਹੀਂ ਰੱਖ ਸਕੀ ਤਾਂ ਇਹ ਕਮੇਟੀ ਇਸ ਅਹੁਦੇ ਤੇ ਰਹਿਣ ਦੇ ਕਾਬਿਲ ਵੀ ਨਹੀਂ ਹਨ। ਅੱਛਾ, ਜਿਹੜੀ ਇਹ ਰਸੀਦ ਆ ਇਹ ਵੀ ਦਰਸ਼ਕਾਂ ਨੂੰ ਦਿਖਾ ਦਿਓ ਚੱਕ ਕੇ ਕਿ ਆਹ ਜਿਹੜੀ ਰਸੀਦ ਹੈ ਇਹਨਾਂ ਦੇ ਕੋਲ, ਇਹ ਗੁਰਦੁਆਰਾ ਟਾਹਲੀ ਸਾਹਿਬ ਦੀ ਕੱਟੀ ਗਈ ਹੈ। ਦੂਜਾ, ਜੇ ਦੇਖਿਆ ਜਾਵੇ ਗੁਰਮੇਲ ਸਿੰਘ ਜੀ, ਹੁਣ ਤਕਰੀਬਨ ਕਿੰਨੀ ਆਮਦਨੀ ਹੋਊਗੀ ਗੁਰਦੁਆਰੇ ਦੀ, ਜਿਹੜੀ ਜੇ ਦੇਖਿਆ ਜਾਵੇ ਤੁਹਾਡੀ ਤੱਕ ਮੁਤਾਬਕ ਕਿੰਨੀ ਆਮਦਨੀ ਹੋਊਗੀ? ਹੁਣ ਗੁਰਦੁਆਰਾ ਸਾਹਿਬ ਦੀ ਆਮਦਨੀ ਲਗਭਗ 20 ਲੱਖ ਰੁਪਏ ਦੇ ਕਰੀਬ ਜਿਹੜੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਆਮਦਨ ਹੁੰਦੀ ਆ, ਤੇ ਗੋਲਕ ਦੀ ਆਮਦਨ ਜਿਸ ਦੀ ਕਿ ਉਹ ਵੱਖਰੀ ਆ। ਗੋਲਕ ਦੀ ਆਮਦਨ ਜਿਹੜੀ ਆ ਉਹ ਵੱਖਰੀ ਆ। ਇਹ ਜਿਹੜਾ ਜੇ ਮੰਨ ਲਓ 20 ਲੱਖ ਆਮਦਨ, ਫਿਰ ਜਿਵੇਂ ਇਹ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਹਰਿੰਦਰ ਸਿੰਘ ਰਣੀਆਂ ਦੇ ਵੀ 5 ਮੈਂਬਰ ਆ, ਉਹਨਾਂ ਨੂੰ ਚੁਣ ਲਿਆ ਜਾਊ, ਇੱਕ ਐਸਸੀ ਨੂੰ ਵਿੱਚ ਰੱਖਿਆ ਜਾਣਾ, ਅਸੀਂ ਆਪਣੇ ਤੌਰ ਤੇ ਕਰ ਦਿਆਂਗੇ। ਜੇ 20 ਲੱਖ ਹੈਗੀ ਆਮਦਨ, ਫਿਰ ਇਹ ਆਪਣੇ ਤੌਰ ਤੇ ਚੁਣ ਸਕਦੇ ਆ ਕਿ ਵੋਟਾਂ ਨਾਲ ਚੋਣ ਹੋਊਗੀ? ਕਿਵੇਂ ਲੱਗਦਾ ਤੁਹਾਨੂੰ? ਇਹ ਜੀ ਸੈਕਸ਼ਨ 87 ਅਧੀਨ ਗੁਰਦੁਆਰਾ ਸਾਹਿਬ ਸਾਡਾ ਪਾਸ਼ਾ ਹੀ ਆਉਂਦਾ, ਸ਼੍ਰੋਮਣੀ ਕਮੇਟੀ ਦੇ ਅਧੀਨ, ਪਰ ਇਹਦੀ ਚੋਣ ਜੇਕਰ 1 ਲੱਖ ਰੁਪਏ ਤੋਂ ਆਮਦਨ ਉੱਤੇ ਹੋ ਜਾਂਦੀ ਆ, ਇਹਦੀ ਚੋਣ ਵੋਟਾਂ ਰਾਹੀਂ ਹੋਣੀ ਆ, ਜਿਸ ਵਿੱਚ ਮੱਦੋਕੇ ਅਤੇ ਢੁੱਡੀਕੇ ਦਾ ਜ਼ੋਨ ਬਣਾ ਕੇ ਚੋਣ ਕੀਤੀ ਜਾਣੀ ਹੈ। ਇਸ ਰੂਲ ਅਨੁਸਾਰ ਇਹ ਕਮੇਟੀ ਕਿਤੇ ਵੀ ਨਾਮਜ਼ਦ ਨਹੀਂ ਕੀਤੀ ਜਾ ਸਕਦੀ। ਪਹਿਲਾਂ ਵੀ ਗਲਤ ਰੂਲ ਅਨੁਸਾਰ ਕਮੇਟੀ ਚੁਣੀ ਆ, ਉਸ ਖਿਲਾਫ ਅਸੀਂ ਕੋਰਟ ਦੇ ਵਿੱਚ ਕੇਸ ਦਾਇਰ ਕਰਾਂਗੇ ਤੇ ਸਾਨੂੰ ਆਸ ਹੈ ਕਿ ਸਾਨੂੰ ਜਿਹੜੀ ਜੁਡੀਸ਼ੀਅਲ ਕੋਰਟ ਹੈ ਉਹ ਇਨਸਾਫ ਦੇਵੇਗੀ। ਤੁਹਾਨੂੰ ਕੀ ਲੱਗਦਾ ਜੇਕਰ ਇਸ ਤਰ੍ਹਾਂ ਜਿਹੜੇ ਅਕਾਲੀ ਦਲ ਬਾਦਲ ਦੇ ਆ ਆਗੂ, ਉਹਨਾਂ ਦਾ ਵੱਡਾ ਇਹਨਾਂ ਦੇ ਉੱਤੇ ਹੱਥ ਹੈ, ਤੁਹਾਨੂੰ ਕੀ ਲੱਗਦਾ ਤੁਹਾਨੂੰ ਉੱਥੇ ਇਨਸਾਫ ਮਿਲੂਗਾ? ਕੋਈ ਆਸ ਹੈ ਜਦੋਂ ਤੁਸੀਂ ਗੁਹਾਰ ਲਾਉਂਦੇ ਹੋ ਉੱਥੇ ਸ਼੍ਰੋਮਣੀ ਕਮੇਟੀ ਨੂੰ ਕੋਈ ਸਖਤ ਫੈਸਲਾ ਲੈਣਾ ਚਾਹੀਦਾ, ਪ੍ਰਬੰਧਕ ਲੈਣਾ ਚਾਹੀਦਾ, ਇੰਨੀ ਆਮਦਨ ਹੈ,
ਜਿਹੜੀਆਂ ਹੈਗੀਆਂ ਵੋਟਾਂ ਦੇ ਰਾਹੀਂ ਕਮੇਟੀ ਬਣਾਉਣੀ ਚਾਹੀਦੀ ਸੀ, ਇਹ ਆਪੇ ਹੀ ਚੁਣ ਕੇ ਜਿਹੜਾ ਹੈਗੇ ਆਗੂਆਂ ਨੂੰ ਥਾਪ ਦਿੰਦੇ ਆ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਕੋਈ ਇਨਸਾਫ ਦੀ ਝਾਕ ਹੈ ਉੱਥੋਂ? ਸਾਨੂੰ ਕਿਸੇ ਵੀ ਆਗੂ ਤੋਂ ਇਨਸਾਫ ਦੀ ਝਾਕ ਨਹੀਂ, ਪਰ ਕੋਰਟ ਤੋਂ ਸਾਨੂੰ ਇਨਸਾਫ ਦੀ ਝਾਕ ਹੈ। ਜਦੋਂ ਕਿ ਸਾਡੇ ਸਿਰ ਤੇ ਹੱਥ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਓਟ ਆਸਰਾ ਲੈ ਕੇ ਚੱਲੇ ਆ, ਉਸ ਦਰ ਦੀ ਮਰਜ਼ਾਦਾ ਨੂੰ ਲੈ ਕੇ ਚੱਲੇ ਆ। ਹਰ ਟਾਈਮ ਗੁਰੂ ਮਹਾਰਾਜ ਸਾਹਿਬ ਸਾਡੀ ਸਹਾਇਤਾ ਕਰਨਗੇ ਤੇ ਉਸ ਗੁਰੂ ਘਰ ਦੀ ਮਰਜ਼ਾਦਾ ਨੂੰ ਲੈਣ ਲਈ ਸਾਨੂੰ ਇਨਸਾਫ ਹੈ ਕਿ ਮਹਾਰਾਜ ਸਾਹਿਬ ਆਪ ਇਨਸਾਫ ਦੇਣਗੇ। ਮਹਾਰਾਜ ਸਾਡੇ ਸਿਰ ਤੇ ਹੱਥ ਰੱਖਣ, ਇਹਨਾਂ ਜਿਹੜੀਆਂ ਮਰਜ਼ਾਦਾ ਨੂੰ ਲਾਗੂ ਕਰਾਉਣ ਲਈ ਦਿਨ ਬਾਈ ਦਿਨ ਕਦਮ ਅੱਗੇ ਵਧਾਈਏ ਅਤੇ ਸੰਗਤਾਂ ਨੂੰ ਇਨਸਾਫ ਦਿਵਾ ਕੇ ਪੂਰੀ ਦੀ ਪੂਰੀ ਮਰਜ਼ਾਦਾ ਬਹਾਲ ਕਰੀਏ। ਜੇ ਦੇਖਿਆ ਜਾਵੇ ਜਿਹੜਾ ਹੈਗਾ ਅੱਜ ਉੱਥੇ ਕਾਫੀ ਕਹਿ ਰਹੇ ਸੀ ਲੋਕ ਕਿ ਪੰਚਾਇਤ ਆ ਜਿਹੜੀ ਇਹਨੂੰ ਵਿੱਚ ਨਹੀਂ ਦਖਲ ਦੇਣਾ ਚਾਹੀਦਾ, ਖਾਸ ਕਰਕੇ ਜਿਹੜੇ ਉਹ ਧੜੇ ਦੇ ਨਾਲ ਸੰਬੰਧਿਤ ਸੀ। ਸ਼੍ਰੋਮਣੀ ਕਮੇਟੀ ਮੈਂਬਰ ਨੇ ਵੀ ਕਿਹਾ ਵੀ ਪੰਚਾਇਤ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਤੁਹਾਨੂੰ ਕੀ ਲੱਗਦਾ ਹੈ, ਜੇ ਕੋਈ ਗੱਲਬਾਤ ਹੁੰਦੀ ਆ, ਪੰਚਾਇਤਾਂ ਦਾ ਵੀ ਪਿੰਡ ਦੇ ਵਿੱਚ ਵੱਡਾ ਰੋਲ ਹੁੰਦਾ ਹੈ, ਤੁਹਾਨੂੰ ਲੋਕਾਂ ਨੇ ਆ ਕੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਆਹ ਮੁੱਦਾ ਚੱਕੋ, ਜਾਂ ਤੁਸੀਂ ਆਪਣੇ ਤੌਰ ਤੇ ਚੱਕਿਆ? ਇਹਦੇ ਬਾਰੇ ਸਾਰੀ ਦਿਓ ਜਾਣਕਾਰੀ। ਅਸੀਂ ਜੀ ਆਪਣਾ ਫਰਜ਼ ਸਮਝਦੇ ਹੋਏ ਇਹ ਜਿਹੜੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਆ। ਕੁਝ ਸਮਾਂ ਪਹਿਲਾਂ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗੁਰੂ ਸਾਹਿਬ ਅਗਨ ਭੇਟ ਹੋ ਗਏ ਸਨ। ਉਸ ਟਾਈਮ 'ਤੇ ਵੀ ਆ ਕੇ ਹਰ ਪ੍ਰਸ਼ਾਸਨ ਨੇ ਪੰਚਾਇਤ ਨੂੰ ਪੁੱਛਿਆ ਕਿ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਆ। ਅਸੀਂ ਉਸ ਨੂੰ ਕੱਲ੍ਹ ਨੂੰ ਇਸ ਜਗ੍ਹਾ 'ਤੇ ਵੀ ਕੋਈ ਦੁਰਘਟਨਾ ਵਾਪਰ ਸਕਦੀ ਆ ਜਾਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਆ। ਇਸ ਦੇ ਸੰਬੰਧ ਵਿੱਚ ਜਦੋਂ ਇੱਥੇ ਕਮੇਟੀ ਹੀ ਹੈ ਨਹੀਂ, ਸੰਤ ਜੀ ਗਿਆਨੀ ਜੀ ਚੜ੍ਹਾਈ ਕਰ ਗਏ ਹਨ, ਉਸ ਤੋਂ ਬਾਅਦ ਅਸੀਂ ਆਪਣੇ ਆਪ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਲੋਕਾਂ ਦੀ ਇਸ ਮੰਗ ਨੂੰ ਵੀ ਇਸ ਮਰਜ਼ਾਦਾ ਬਹਾਲ ਕਰਨ ਦੇ ਲਈ ਤੁਸੀਂ ਅੱਗੇ ਆਓ। ਪਬਲਿਕ ਨੇ ਸਾਡੇ ਕੋਲ ਅਪੀਲ ਕੀਤੀ, ਉਸ ਅਪੀਲ ਨੂੰ ਅਸੀਂ ਮੰਨਦੇ ਹੋਏ ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਅਸੀਂ ਕਦਮ ਚੱਕਿਆ। ਕਿਉਂਕਿ ਲੋਕਲ ਕਮੇਟੀ ਹਜੇ ਤੱਕ 12 ਸਾਲਾਂ ਦੇ ਵਿੱਚ ਖਾਤਾ ਵੀ ਨਹੀਂ ਖਿਲਾ ਸਕੀ, ਅਸਤੀਫੇ ਦੇ ਚੁੱਕੀ ਆ, ਤੇ ਫਿਰ ਉੱਥੇ ਵਾਲੀ ਵਾਰਸ਼ ਸੰਤਾਂ ਤੋਂ ਮਗਰੋਂ ਕੌਣ ਹੋ ਸਕਦਾ। ਅਸੀਂ ਆਪਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਕਦਮ ਚੁੱਕਿਆ। ਇਸ ਕਦਮ ਨੂੰ ਗੁਰੂ ਮਹਾਰਾਜ ਕਿਰਪਾ ਕਰਨ 6ਵੇਂ ਪਾਤਸ਼ਾਹ ਇਸ ਨੂੰ ਸਿਰੇ ਲਾ ਕੇ ਹਟਾਂਗੇ। ਹੁਣ ਤੁਸੀਂ ਅੰਤ ਦੇ ਵਿੱਚ ਇਹ ਦੱਸੋ, ਤੁਹਾਨੂੰ ਕੀ ਲੱਗਦਾ ਹੈ ਵੀ ਜ਼ਮੀਨ ਵੀ ਵਾਹੀ ਗਈ ਔਰ ਜਿਹੜਾ ਹੈਗਾ ਤੁਹਾਡੀ ਗੱਲ ਵੀ ਨਹੀਂ ਸੁਣੀ ਜਾ ਰਹੀ? ਕਿਉਂ ਨਹੀਂ ਸੁਣੀ ਜਾਂਦੀ ਜਦੋਂ ਤੁਸੀਂ ਇੰਨੇ ਪ੍ਰੂਫ ਲਈ ਫਿਰਦੇ ਹੋ? ਪਲੰਦਾ ਤੁਹਾਡੇ ਕੋਲ ਆ ਹੱਥ ਦੇ ਵਿੱਚ, ਤੁਸੀਂ ਇਹ ਦਿਖਾ ਰਹੇ ਹੋ, ਸਾਰੇ ਪ੍ਰੂਫ ਲਈ ਫਿਰਦੇ ਹੋ, ਫਿਰ ਕਿਉਂ ਨਹੀਂ ਸੁਣੀ ਜਾਂਦੀ ਤੁਹਾਡੀ? ਇਸ ਤੇ ਸਿਆਸੀ ਕਾਂਗਰਸੀ ਅਤੇ ਅਕਾਲੀ ਦੋਨੋਂ ਹੀ ਪਾਰਟੀਆਂ ਦਾ ਦਬਾਅ ਦੇ ਨਾਲ ਜਿਹੜਾ ਹੈ ਇਹਨਾਂ ਨੇ ਪਹਿਲਾਂ ਤਾਂ ਚੱਲਦੀ ਪ੍ਰਕਿਰਿਆ ਦਰਮਿਆਨ ਜ਼ਮੀਨ ਤੇ ਨਾੜ ਨੂੰ ਅੱਗ ਲਾ ਕੇ ਧੱਕੇਸ਼ਾਹੀ ਕੀਤੀ। ਉਸ ਤੋਂ ਬਾਅਦ ਸਾਡੇ ਗੁਆਂਢੀ ਪਿੰਡ ਦੇ ਸਰਪੰਚ ਲਖਵੀਰ ਸਿੰਘ ਲੱਖਾ ਨੇ ਖੁਦ ਆ ਕੇ ਜਿਹੜੀ ਚੱਲਦੀ ਪ੍ਰਕਿਰਿਆ ਦਾਨ ਜ਼ਮੀਨ ਵਹਾਈ ਆ। ਪਰ ਮੈਂ ਇਹ ਚਾਹੁੰਦਾ ਸੀ, ਇਹ ਆਸ ਕਰਨੀ ਚਾਹੀਦੀ ਸੀ ਇਹਨਾਂ ਨੂੰ ਕਿ ਅਸੀਂ ਬੈਠ ਕੇ ਕੋਈ ਕੰਪਰੋਮਾਈਜ਼ ਕਰਾਈਏ, ਜਿਸ ਤੇ ਜਥੇਦਾਰ ਤੋਤਾ ਸਿੰਘ ਤੇ ਲਖਵੀਰ ਸਿੰਘ ਲੱਖਾ ਜੋ ਕਿ ਬਧਨੀ ਕਲਾਂ ਦੇ ਚੇਅਰਮੈਨ ਆ, ਇਹਨਾਂ ਦਾ ਇਸ ਦੇ ਵਿੱਚ ਸਿਆਸੀ ਤੌਰ ਤੇ ਦਖਲਅੰਦਾਜ਼ੀ ਕਰਨ ਦਾ ਬਹੁਤ ਵੱਡਾ ਰੋਲ ਹੈ, ਜਿਸ ਕਾਰਨ ਕਿ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਅਸੀਂ ਪ੍ਰਸ਼ਾਸਨ ਤੋਂ ਫਿਰ ਵੀ ਮੰਗ ਕਰਦੇ ਹਾਂ, ਜੋ ਇਹਨਾਂ ਨੇ ਵਧੀਕੀਆਂ ਕੀਤੀਆਂ ਹਨ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹ ਜੇ ਦੇਖਿਆ ਜਾਵੇ ਗੁਰਮੇਲ ਸਿੰਘ, ਇੱਕ ਅਕਾਲੀ ਦਲ ਆ, ਇੱਕ ਕਾਂਗਰਸੀ ਆ, ਇਹ ਤਾਂ ਆਪਸ ਵਿੱਚ ਇੱਕ ਦੂਜੇ ਤੇ ਤਵਾ ਲਾਉਂਦੇ ਆ, ਭੰਡਦੇ ਆ, ਵੋਟਾਂ ਦੇ ਵਿੱਚ ਇੱਕ ਦੂਜੇ ਦੇ ਉਲਟ ਖੜਦੇ ਆ। ਕਿਉਂਕਿ ਜਿਹੜੇ ਲੱਖਾ ਜੀ ਨੇ ਉਹ ਬੀਬੀ ਰਾਜਵਿੰਦਰ ਕੌਰ ਭਾਗੀ ਕਿ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਦੇ ਧੜੇ ਨਾਲ ਸੰਬੰਧਿਤ ਆ। ਇੱਥੇ ਤੁਹਾਨੂੰ ਕੀ ਲੱਗਦਾ, ਇੱਥੇ ਇਕੱਠੇ ਕਿਵੇਂ ਵੀ ਅਕਾਲੀ ਦਲ ਜਥੇਦਾਰ ਤੋਤਾ ਸਿੰਘ ਤੇ ਇਹ ਇਹਨਾਂ ਦਾ ਆਪਸ ਵਿੱਚ ਦੀ ਇੱਕ ਦੂਜੇ ਨੂੰ ਭੰਡਦੇ ਹੁੰਦੇ ਚੋਣਾਂ 'ਚ? ਇੱਥੇ ਕੀ ਲੱਗਦਾ ਤੁਹਾਨੂੰ? ਇਹ ਜੀ ਉੱਪਰੋਂ ਹੀ ਭੰਡਦੇ ਹਨ। ਜਦੋਂ ਕੋਈ ਬਲਾਕ ਸੰਮਤੀ ਜਾਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਹੁੰਦੀ ਆ, ਜਥੇਦਾਰ ਦੇ ਹੁਕਮ ਦੇ ਨਾਲ ਲਖਵੀਰ ਸਿੰਘ ਲੱਖਾ ਕਾਂਗਰਸੀ ਨੂੰ ਵੋਟਾਂ ਪਾਈਆਂ ਜਾਂਦੀਆਂ ਹਨ, ਤੇ ਜਾਂ ਕੋਈ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਆ ਤਾਂ ਲਖਵੀਰ ਸਿੰਘ ਲੱਖੇ ਹੁਣੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ। ਇਹ ਦੋਨੋਂ ਹੀ ਲੀਡਰ ਵਿੱਚੋਂ ਰਲੇ ਹੋਏ ਨੇ। ਇਸ ਗੱਲ ਦਾ ਮੇਰੇ ਕੋਲੇ ਸਬੂਤ ਹੈ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਇਸ ਗੱਲ ਦੀ ਮੈਂ ਸਹੁੰ ਖਾਣ ਨੂੰ ਤਿਆਰ ਹਾਂ। ਜਥੇਦਾਰ ਰਾਮ ਸਿੰਘ ਹੋਣਾ ਨੇ ਵੋਟਾਂ ਅਕਾਲੀ ਦਲ ਦੇ ਉਮੀਦਵਾਰ ਨੂੰ ਛੱਡ ਕੇ ਕਾਂਗਰਸੀ ਉਮੀਦਵਾਰ ਜਗਜੀਤ ਸਿੰਘ ਦੀ ਵਾਈਫ ਉਹਨੂੰ ਪਾਈਆਂ, ਤੇ ਬਲਾਕ ਸੰਮਤੀ ਦੀਆਂ ਵੋਟਾਂ ਦੂਸਰੀ ਧਿਰ ਨੂੰ ਪਾਈਆਂ। ਪਰ ਇਸ ਦਾ ਬੜਾ ਸਬੂਤ ਹੈ, ਇਹਨਾਂ ਨੇ ਅਕਾਲੀ ਅਤੇ ਕਾਂਗਰਸੀ ਦੋਨੋਂ ਹੀ ਲੀਡਰ ਰਲੇ ਹੋਏ ਨੇ। ਠੀਕ ਹੈ। ਜੇ ਦੇਖਿਆ ਜਾਵੇ ਇਹਨਾਂ ਦੇ ਵੱਡੇ ਦੋਸ਼ ਨੇ ਕਿ ਜਿਹੜੇ ਅਕਾਲੀ ਤੇ ਕਾਂਗਰਸੀ ਆ ਉਹ ਰਲ ਕੇ ਚੋਣਾਂ ਇੱਥੇ ਲੜਦੇ ਨੇ, ਔਰ ਨਾਲ ਹੀ ਕਹਿਣਾ ਹੈ ਕਿ ਜਿਹੜੇ ਅਕਾਲੀ ਦਲ ਆ
ਉਹ ਜਿਹੜੇ ਹੈਗੇ ਨੇ ਉਹਨਾਂ ਦਾ ਥਾਪੜਾ ਜਿਹੜੇ ਕਮੇਟੀ ਮੈਂਬਰ ਆ ਉਹਨਾਂ ਨੂੰ ਇਹ ਤਾਂ ਕਰਕੇ ਇਹ ਸਾਰਾ ਹੋ ਰਿਹਾ। ਆਪਾਂ ਜੋ ਅੱਜ ਇੱਥੇ ਬੋਲੀ ਕਰਵਾਉਣ ਆਏ ਸੀ 77 ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਸੀ। ਉਹਦੀ ਜ਼ਮੀਨ ਲਗਭਗ ਕੋਈ 30 ਕਿੱਲੇ ਦੇ ਲਾਗੇ ਮੈਨੂੰ ਲੱਗਦੀ ਹੈ ਜੀ। 11 ਕਿੱਲੇ ਇੱਕ ਆ, 10 ਇੱਕ ਆ, 8 ਇੱਕ ਆ ਤੇ ਸ਼ਾਇਦ 6 ਇੱਥੇ 30-32 ਕਿੱਲੇ ਦੇ ਲਾਗੇ ਪਹਿਲੀ ਜ਼ਮੀਨ ਹੈ ਜੀ। ਇਹ ਇੱਕ ਦੋ ਪਲਾਟ ਜਿਹੜੇ ਨੇ ਉਹ 52,000 ਨੂੰ ਗਏ ਆ, 53,500 ਨੂੰ 53 ਇਸ ਤਰੀਕੇ ਨਾਲ ਬੋਲੀ ਜਿਹੜੀ ਜ਼ਮੀਨ ਦੀ ਹੋਈ ਹੈ। ਅੱਛਾ ਹਾਂਜੀ। ਤੇ ਕਿੰਨੇ ਕਿਸਾਨ ਸੀਗੇ ਜਿਨ੍ਹਾਂ ਅੱਜ ਭਾਗ ਲਿਆ ਤੇ ਕਿੰਨੇ ਅੱਜ ਤਕਰੀਬਨ ਇੱਥੇ ਭਾਗ ਕੋਈ 50-60 ਜਾਂ 100 ਦੇ ਲਾਗੇ ਕਿਸਾਨ ਜਿਹੜੇ ਇੱਥੇ ਬੈਠੇ ਸੀਗੇ ਉਹਨਾਂ ਵਿੱਚ ਜ਼ਮੀਨ ਦੀ ਬੋਲੀ ਹੋਈ ਆ। ਸਰ 100 ਕਿਸਾਨ ਨੂੰ ਆਪਾਂ ਇਕੱਠਾ ਕਰ ਸਕਦੇ ਸੀ ਅੱਜ ਸੋਸ਼ਲ ਡਿਸਟੈਂਸ ਨੂੰ ਲੈ ਕੇ ਜਾਂ ਮੂੰਹ ਹਾਂ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਪਰੰਤੂ ਇਹ ਆ ਵੀ ਚਲੋ ਹਾਂ ਇਹ ਤੁਹਾਡੀ ਗੱਲ ਠੀਕ ਆ। ਅਸੀਂ ਤੇ ਕੋਸ਼ਿਸ਼ ਕੀਤੀ ਸੀ, ਚਲੋ ਠੀਕ ਹੈ, ਇਹਦੇ ਵਿੱਚ ਅਸੀਂ ਮੰਨਦੇ ਹਾਂ ਵੀ ਇਹ ਨਿਯਮਾਂ ਦੇ ਪਾਲਣਾ ਜਿਹੜੀ ਆ ਉਹ ਅਸੀਂ ਕਿਹਾ ਵੀ ਸੀਗਾ। ਉਹਦੇ ਵਿੱਚ ਇਹ ਆ ਵੀ ਇਹਦੇ ਵਿੱਚ ਥੋੜਾ ਜਿਹਾ ਜ਼ਮੀਨ ਦੀ ਬੋਲੀ ਹੋਣ ਕਰਕੇ ਜਿਹੜੇ ਕਿਸਾਨ ਨੇੜੇ ਹੋ ਗਏ ਆ, ਉਸ ਤਰ੍ਹਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ। ਬਾਕੀ ਇਹ ਜ਼ਮੀਨ ਦੀ ਬੋਲੀ ਹੋ ਚੁੱਕੀ ਆ ਔਰ ਇਹ ਅਜੇ ਨਵਾਂ ਪ੍ਰਬੰਧ ਆ, ਕਿਉਂਕਿ ਤੋਂ ਪਹਿਲਾਂ ਸੰਤ ਬਾਬਾ ਵੀਰ ਸਿੰਘ ਜੀ ਲੋਕੋਕੇ ਵਾਲੇ ਮਾਧੋਕੇ ਵਾਲੇ ਉਹਦਾ ਪ੍ਰਬੰਧ ਚਲਾਉਂਦੇ ਸੀਗੇ। ਹੁਣ ਸਾਡੇ ਕੋਲ ਜਿਹੜਾ ਪ੍ਰਬੰਧ ਹੈ ਲੋਕਲ ਕਮੇਟੀ ਨੂੰ ਦਿੱਤਾ ਵਾ ਤੇ ਲੋਕਲ ਕਮੇਟੀ ਜਿਹੜੀ ਉਹਦਾ ਪ੍ਰਬੰਧ ਚਲਾਉਗੀ। ਇਹ ਜ਼ਮੀਨ ਦੀ ਬੋਲੀ ਜਿਹੜੀ ਹੋ ਕੇ ਇਹਦੀ ਮਾਇਆ ਜਿਹੜੀ ਆ ਇਹ ਅਜੇ ਫਿਲਹਾਲ ਅਮਾਨਤ ਖਤ ਜਿਹੜੀ ਆ ਰਾਏਕੋਟ ਜਮ੍ਹਾਂ ਕਰਾਈ। ਇਹ ਲੋਕਲ ਕਮੇਟੀ ਦੀ ਹਾਜ਼ਰ ਸੀ ਸਾਰੀ ਆਪਣੇ ਕੋਲੇ? ਬਿਲਕੁਲ ਜੀ, ਉਹਨਾਂ ਦੇ 3-4 ਮੈਂਬਰ ਹਾਜ਼ਰ ਸੀ ਸਾਡੇ ਕੋਲ। 3-4 ਸੀਗੇ ਜੀ? ਹਾਂਜੀ। ਕੋਈ ਵਾਦ ਵੀ ਚੱਲਦਾ ਰਿਹਾ ਕਾਫੀ ਇਹਦਾ। ਚਲੋ ਵਾਦ ਦੇਖੋ, ਇੱਕ ਬੰਦਾ ਹਾਜ਼ਰ ਸੀਗਾ ਜੀ, ਵੈਸੇ ਘਰੋਂ ਸਾਈਨ ਕਰਾ ਸਕਦੇ ਜਿਵੇਂ ਹੁਣ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਵੀ ਇੱਕ ਹਾਜ਼ਰ ਕਿ ਦੋ ਹਾਜ਼ਰ ਤੇ ਨਹੀਂ ਸੀਗੇ। ਨਹੀਂ, ਹੁਣ ਜਿਵੇਂ ਆਪਾਂ ਰਜਿਸਟਰ ਭੇਜਿਆ ਪਿੰਡ ਜਿਹੜੇ ਤਾਂ ਫੋਟੋ ਕਾਪੀ ਕਰਾਉਣ ਵਾਸਤੇ ਭੇਜਿਆ ਗਿਆ ਜੀ। ਅੱਛਾ ਵੀ ਸਾਈਨ ਨਹੀਂ ਕਰਾਉਣ ਵਾਸਤੇ? ਫੋਟੋ ਨਹੀਂ, ਫੋਟੋ ਕਾਪੀ ਕਰਾਉਣ। ਅੱਛਾ ਹਾਂ, ਕਿਉਂਕਿ ਜੋ ਫੋਟੋ ਕਾਪੀ ਸਾਨੂੰ ਚਾਹੀਦੀਆਂ ਵਾ। ਜਿੰਨੇ ਨੁਮਾਇੰਦੇ ਆਏ ਆ ਕਮੇਟੀ ਵੱਲੋਂ ਕਿਸੇ ਦੇ ਮੂੰਹ ਤੇ ਮਾਸਕ ਨਹੀਂ ਸੀ ਕਿਸੇ ਦੇ ਕੋਈ ਨਾਂ ਹਾਂਜੀ, ਜਿਹੜੇ ਕਮੇਟੀ ਵੱਲੋਂ ਆਏ, ਚਲ ਕਿਸਾਨਾਂ ਨੂੰ ਤਾਂ ਨਹੀਂ ਪਤਾ ਸੀ। ਅਸੀਂ ਕੋਸ਼ਿਸ਼ ਕੀਤੀ ਕਮੇਟੀ ਦੇ ਮਾਸਕ ਪਾਉਣ, ਤੁਸੀਂ ਆਪ ਨਹੀਂ ਮਾਸਕ ਪਾ ਕੇ ਰੱਖੇ ਆ। ਮਾਸਕ ਪਾਏ ਸੀਗੇ ਤੇ ਅਸੀਂ ਵੀ ਚਲੋ ਕੋਸ਼ਿਸ਼ ਤੇ ਕੀਤੀ ਮਾਸਕ ਪਾਉਣ ਦੀ, ਉਸ ਵਕਤ ਨਹੀਂ ਪਾਏ ਗਏ ਜੀ, ਇਸ ਗੱਲ ਦੀ। ਹਾਂਜੀ ਹਾਂਜੀ। ਇਹ 77 ਸਨ ਔਰ ਸ਼੍ਰੋਮਣੀ ਕਮੇਟੀ ਮੈਂਬਰ ਹਰਿੰਦਰ ਸਿੰਘ ਰਣੀਆ, ਉਹਨਾਂ ਦਾ ਕੀ ਕਹਿਣਾ ਸੀ? ਇਹ ਛੇਵੇਂ ਪਾਤਸ਼ਾਹ ਇਸ ਧਰਤੀ ਤੇ ਆਏ, ਇਸ ਧਰਤੀ ਨੂੰ ਪਵਿੱਤਰ ਕੀਤਾ। ਉਹਨਾਂ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ 87 ਐਕਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦੇ ਤਹਿਤ ਹੀ ਚੱਲ ਰਿਹਾ ਹੈ। ਇਹਦੀ ਕਮੇਟੀ ਬਣਦੀ ਹਰ 5 ਸਾਲ ਬਾਅਦ ਜਾਂ 6 ਸਾਲ ਬਾਅਦ, ਜਦੋਂ ਵੀ ਟਾਈਮ ਆਉਂਦਾ ਉਹ ਕਮੇਟੀ ਦਾ ਪ੍ਰਬੰਧ ਚਲਾਉਂਦੀ ਹੈ। ਇਸ ਤੋਂ ਪਹਿਲਾਂ ਸੰਤ ਬਾਬਾ ਵੀਰ ਸਿੰਘ ਜੀ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਇੱਥੇ ਇੰਚਾਰਜ ਹੋਏ ਸੀਗੇ, ਉਹਦਾ ਸਾਰਾ ਪ੍ਰਬੰਧ ਉਹ ਚਲਾਉਂਦੇ ਸੀ। ਪਿਛਲੇ ਥੋੜ੍ਹੇ ਟਾਈਮ ਪਹਿਲਾਂ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਤੋਂ ਬਾਅਦ ਵਿਵਾਦ ਹੋਇਆ ਥੋੜ੍ਹਾ ਬਹੁਤਾ ਪਿੰਡਾਂ ਦੇ ਵਿੱਚ ਹੁੰਦਾ ਹੈ, ਪਰ ਮੈਂ ਫਿਰ ਵੀ ਨਗਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਬੈਠ ਕੇ ਇਸ ਕਾਰਜ ਨੂੰ ਨੇਪਰੇ ਚੜ੍ਹਾਇਆ, ਕਿਉਂਕਿ ਇੱਥੇ ਕਮੇਟੀ ਬਣੀ ਹੋਈ ਹੈ। ਇਹ ਗੁਰਦੁਆਰਾ ਗੁਰੂ ਦਾ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਚੱਲ ਰਿਹਾ ਹੈ। ਇਹ ਦੇਖ ਰੇਖ ਸਾਰੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਇੱਥੋਂ ਦਾ ਜਿਹੜਾ ਕੰਮਕਾਜ ਹੈ ਉਹ ਲੋਕਲ ਕਮੇਟੀ ਸੰਭਾਲ ਰਹੀ ਹੈ। ਲੋਕਲ ਕਮੇਟੀ ਬਣੀ ਹੋਈ ਹੈ, ਲੋਕਲ ਕਮੇਟੀ ਚੱਲ ਰਹੀ ਹੈ, ਇਸ ਵੇਲੇ ਮੌਜੂਦ ਹੈ। ਕਿਸੇ ਨੇ ਕੋਈ ਰਿਜ਼ਾਈਨ ਨਹੀਂ ਕੀਤਾ, ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ। ਮੌਜੂਦਾ ਮੈਂਬਰ ਹੀ ਇਹਨੂੰ ਚਲਾਉਣਗੇ। ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਡਿਊਟੀ ਲੱਗੀ ਹੈ। ਇੰਸਪੈਕਟਰ ਸਾਹਿਬ ਆਏ ਹੈ, ਮੈਂ ਆਪ ਆਇਆ, ਅਸੀਂ ਆ ਕੇ ਬੋਲੀ ਦਿੱਤੀ ਹੈ। ਬੜੇ ਵਧੀਆ ਮਾਹੌਲ ਦੇ ਵਿੱਚ ਗੁਰੂ ਸਾਹਿਬ ਦੀ ਤਾਬੇ 'ਚ ਬੈਠ ਕੇ ਬੋਲੀ ਹੋਈ ਹੈ। ਔਰ ਸਾਰੇ ਜਿਹੜੇ ਜੀਵਦਾਰ ਭਰਾਵਾਂ ਨੇ, ਕਿਸਾਨਾਂ ਨੇ ਜ਼ਮੀਨ ਉਹ ਆਪਣੀ ਵੱਧ ਬੋਲੀ ਦੇ ਕੇ ਖਰੀਦੀ ਹੈ। ਕਿਸੇ ਨੇ ਫਾਲਤੂ ਰੌਲਾ ਨਹੀਂ ਪਾਇਆ, ਕੋਈ ਬੋਲਿਆ ਨਹੀਂ ਹੈ, ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਮੈਂ ਨਗਰ ਵਾਸੀਆਂ ਦਾ ਇਸ ਗੱਲ ਤੋਂ ਬਹੁਤ ਹੀ ਧੰਨਵਾਦ ਕਰਦਾ। ਕਈ ਪਿੰਡ ਵਾਸੀ ਇਤਰਾਜ਼ ਵੀ ਕਰਦੇ ਨੇ ਵੀ ਸਾਨੂੰ ਜਿਹੜਾ ਕਮੇਟੀ ਵੱਲੋਂ ਸਹੀ ਤਰ੍ਹਾਂ ਨਾਲ ਨਹੀਂ ਲੈ ਕੇ ਚੱਲਿਆ ਜਾਂਦਾ। ਪੰਚਾਇਤ ਦਾ ਵੀ ਇਤਰਾਜ਼ ਸੀਗਾ ਵੀ ਕੁਝ ਦਿਨ ਪਹਿਲਾਂ ਜਿਹੜੀ ਇਹ ਜ਼ਮੀਨ ਹੈ ਉਹ ਸਹੀ ਨਿਯਮਾਂ ਅਨੁਸਾਰ ਬੋਲੀ ਦੇ ਕੇ ਨਿਪਰੇ ਨਹੀਂ ਚੜ੍ਹਦੀ। ਦੇਖੋ, ਅੱਜ ਤੋਂ ਪਹਿਲਾਂ ਮੈਂ ਬੇਨਤੀ ਕਰ ਚੁੱਕਾ ਕਿ ਸੰਤ ਬਾਬਾ ਵੀਰ ਸਿੰਘ ਜਿਨ੍ਹਾਂ ਨੂੰ ਸਾਰਾ ਪਿੰਡ ਬੜਾ ਸਤਿਕਾਰ ਦਿੰਦਾ ਸੀ, ਉਹ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਸੀ। ਅਸੀਂ ਕਦੇ ਦਖਲਅੰਦਾਜ਼ੀ ਨਹੀਂ ਸੀ ਕੀਤੀ ਆ ਕਿੱਥੇ। ਹੁਣ ਉਹ ਸਦਾ ਲਈ ਸਾਡੇ ਕੋਲ ਚਲੇ ਗਏ ਹੈ। ਹੁਣ ਸਾਨੂੰ ਅੱਜ
ਇਹ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਕਾਰ ਵਿਹਾਰ ਹੈ, ਇਸ ਦਾ ਕੰਮਕਾਜ ਹੈ, ਉਹਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੇ ਸਿਰ 'ਤੇ ਹੈ। ਅਸੀਂ ਉਹਨੂੰ ਕਾਨੂੰਨ ਨਾਲ ਸਾਰਾ ਤੁਹਾਡੇ ਸਾਹਮਣੇ ਬੋਲੀ ਹੋਈ ਹੈ, ਬਕਾਇਦਾ ਬੋਲੀ ਹੋ ਕੇ ਜ਼ਮੀਨ ਦਿੱਤੀ ਗਈ ਹੈ। ਉਹਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਸੇ ਨੇ ਕੀਤਾ ਹੈ, ਨਾ ਕਿਸੇ ਕਿਸਮ ਦੀ ਉਹਦੇ ਵਿੱਚ ਪਾਰਸ਼ਲਟੀ ਕੀਤੀ ਗਈ, ਕਿਸੇ ਦੀ ਕੋਈ ਪੱਖਵਾਜੀ ਨਹੀਂ ਕੀਤੀ ਗਈ। ਪੰਚਾਇਤ ਦਾ ਕੰਮ ਹੈ, ਪੰਚਾਇਤ ਆਪਣਾ ਕੰਮ ਕਰੇ। ਇੱਥੇ ਲੋਕਲ ਕਮੇਟੀ ਹੈ, ਲੋਕਲ ਕਮੇਟੀ ਆਦਾ ਕੰਮ ਕਰੂਗੀ। ਜਥੇਦਾਰ ਜੀ, ਜਿਹੜੀ ਇੱਥੇ ਕਮੇਟੀ ਆ, ਤੁਸੀਂ ਕਿਹਾ ਇਹੀ ਕਮੇਟੀ ਕੰਮ ਕਰੂਗੀ, ਇੱਥੋਂ ਦਾ ਇੱਕ ਜਿਹੜਾ ਮੈਂਬਰ ਆ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ ਰੈਕੋਟ, ਉਹ ਵੀ ਕੰਮ ਕਰੂਗਾ ਜੀ? ਨਹੀਂ ਜੀ, ਮੁਲਾਜ਼ਮ ਇੱਥੇ ਕੰਮ ਨਹੀਂ ਕਰ ਸਕਦਾ। ਹਾਂਜੀ, ਉਹਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਭੇਜਤਾ, ਉਹ ਅਸੀਂ ਡਿਸਚਾਰਜ ਕਰਾਂਗੇ। ਸਾਡਾ ਮੈਂਬਰ ਕਮੇਟੀ ਦਾ ਨਹੀਂ ਹੋਊਗਾ, ਨਾ ਉਹ ਕੰਮ ਕਰਦਾ ਹੈ, ਉਹ ਆਪਦੀ ਨੌਕਰੀ ਕਰਦਾ ਹੈ। ਇਸ ਵਾਸਤੇ ਇਹਦੇ ਦਾ ਅਸੀਂ ਕੋਈ ਉਹਦਾ ਇਲਾਕਾ ਦਿੱਕਾ ਨਹੀਂ ਹੈ। ਇਹ ਤੋਂ ਬਗੈਰ ਮੈਂਬਰ ਜਿਹੜੇ ਹੈਗੇ ਆ, ਉਹ ਜਿਹੜਾ ਕਾਰਜ ਇੱਕ ਮੰਜੇ ਤੇ ਪਿਆ ਜੀ 95 ਸਾਲਾਂ ਦਾ, ਉਹ ਤਾਂ ਕਿਤੇ ਸੈਰ ਵੀ ਨਹੀਂ ਕਰ ਸਕਦਾ, ਉਹ ਵੀ ਵਿੱਚੇ ਰੂ। ਦੇਖੋ ਜੀ, ਮੈਂ ਜਿੰਨਾ ਚਿਰ ਮੈਂਬਰ ਚਾਹੁੰਦਾ ਹੈ ਹਾਂਜੀ, ਉਹਨਾਂ ਚਿਰ ਉਹ ਮੈਂਬਰ ਹੈ, ਐਜ ਏ ਮੈਂਬਰ ਕੰਮ ਕਰਦਾ ਰਹੂਗਾ। ਇੱਥੋਂ ਦੀ ਜੀ ਚੋਣ ਬਾਰੇ ਵੀ ਕੋਈ ਲਿਖਿਆ ਵੀ ਆਪਾਂ ਦੁਬਾਰੇ ਚੋਣ ਹੋਊਗੀ ਕਿ ਇਹੀ ਕਮੇਟੀ? ਨਹੀਂ, ਦੁਬਾਰਾ ਕਮੇਟੀ ਬਣਾ ਕੇ ਅਸੀਂ ਭੇਜੀ ਹੋਈ ਹੈ। ਹਾਂਜੀ, ਉਹ ਸ਼ਾਇਦ ਥੋੜ੍ਹੇ ਚਿਰ ਤੱਕ ਆ ਜਾਵੇ। ਗਵਰਨਰ ਇਹਦਾ ਹੁੰਦਾ ਵੀ ਜਿਹੜੀ ਕਮੇਟੀ ਹੈ, ਅਸੀਂ ਜਿਹੜਾ ਨੋਟੀਫਿਕੇਸ਼ਨ ਫਾਰਮ ਹੈ ਹਾਂਜੀ, ਉਹ ਭਰ ਕੇ ਭੇਜਦੇ ਇੱਥੋਂ। ਅਸੀਂ ਉਹਦੀ ਸਿਫਾਰਿਸ਼ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, ਇੱਕ ਅੰਤਰਗਤ ਕਮੇਟੀ ਦਾ ਮੈਂਬਰ, 2 ਸਿਫਾਰਿਸ਼ ਕਰਦੇ ਹੈ। ਉਹ 2 ਸਿਫਾਰਿਸ਼ ਕਰਕੇ ਭੇਜਦੇ ਆ ਉੱਥੇ ਅੰਮ੍ਰਿਤਸਰ ਹੈੱਡ ਆਫਿਸ 'ਤੇ। ਉੱਥੋਂ ਫਿਰ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ। ਪੰਜਾਬ ਸਰਕਾਰ ਗਵਰਨਰ ਨੂੰ ਭੇਜਦੀ ਹੈ। ਕਮੇਟੀ ਦਾ ਬਕਾਇਦਾ ਗਵਰਨਰ ਤੋਂ ਨੋਟੀਫਿਕੇਸ਼ਨ ਹੁੰਦਾ ਹੈ, ਫਿਰ ਇਹ ਕਮੇਟੀ ਹੋਂਦ 'ਚ ਆਉਂਦੀ ਹੈ ਅਤੇ ਫਿਰ ਉਹ ਆਪਦਾ ਜਿਹੜਾ ਪ੍ਰਬੰਧ ਸੰਭਾਲਦੀ ਹੈ। 5 ਮੈਂਬਰ ਬਣਦੇ ਹੈ, 5 ਚੋਂ ਪ੍ਰਧਾਨ ਬਣਦਾ, 5 ਮੀਤ ਪ੍ਰਧਾਨ ਬਣਦਾ। ਉਹ ਹਰ ਥਾਂ 'ਤੇ ਉਹ ਜ਼ਿੰਮੇਵਾਰ ਹੁੰਦੀ ਹੈ ਅਤੇ ਆਪਣਾ ਕੰਮਕਾਰ ਚਲਾ ਸਕਦੀ ਹੈ। ਜੇ ਦੇਖਿਆ ਜਾਵੇ ਇਹ ਆਗੂਆਂ ਨੇ ਜਿਹੜੀ ਹੈਗੀ ਆ ਗੁਹਾਰ ਲਾਈ ਆ, ਔਰ ਉਧਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਔਰ ਸਕੱਤਰ ਆ, ਉਹ ਆਪਣਾ ਦਾਅਵਾ ਪੇਸ਼ ਕਰਦੇ ਨੇ। ਹੁਣ ਅੱਗੇ ਕੇਸ ਪਾ ਰਹੇ ਨੇ, ਉੱਥੇ ਪਤਾ ਲੱਗੂਗਾ ਕਿ ਆਖਰ ਕੀ ਨਿਕਲਦਾ। ਇੱਥੇ ਪ੍ਰਸ਼ਾਸਨ ਨੂੰ ਵੀ ਬਾਜ਼ ਅੱਖ ਰੱਖਣ ਦੀ ਲੋੜ ਹੈ, ਕਿਉਂਕਿ ਕੋਈ ਅਜਿਹੀ ਘਟਨਾ ਨਾ ਵਾਪਰੇ ਪਿੰਡ ਦੇ ਵਿੱਚ, ਜਿਹੜਾ ਹੈਗਾ ਸ਼ਾਂਤੀ ਬਣੀ ਰਵੇ। ਸੋ ਗਲੋਬਲ ਪੰਜਾਬ ਟੀਵੀ ਲਈ ਚਮਕੌਰ ਲੋਪੋ, ਮੋਗਾ, ਮੱਦੋਕੇ।